ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਂ USA ਟੀਵੀ ਤੇ ਮੈਂ ਸੁਰਵੇ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। $20,000 ਦੀ ਫੀਸ ਨਾਲ ਕਰ ਜਾਵੇਗੀ ਅਮਰੀਕੀ ਗ੍ਰੀਨ ਕਾਰਡਾਂ ਦੀ ਉਡੀਕ। 100 ਤੋਂ ਵੱਧ ਮੁਲਕਾਂ ਤੇ ਲਾਗੂ ਹੋਈਆਂ ਟਰੰਪ ਦੀਆਂ ਟੈਰਿਫਸ। ਕੈਨੇਡਾ ਨੇ ਪ੍ਰਵਾਸੀਆਂ ਪਿੱਛੇ ਲਾਏ ਖੁਫੀਆ ਅਫਸਰ। ਟਰੰਪ ਨੇ ਇਸ ਦੇਸ਼ ਦੇ ਰਾਸ਼ਟਰਪਤੀ ਦੇ ਰੱਖਿਆ ਇਨਾਮ। ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਕਪਿਲ ਸ਼ਰਮਾ ਦੇ ਕੈਨੇਡਾ ਕੈਫੇ ਤੇ ਫਿਰ ਗੋਲੀਬਾਰੀ। ਭਾਰਤ ਨਾਲ ਗੱਲਬਾਤ ਉਦੋਂ ਹੋਵੇਗੀ 50% ਟੈਰਿਫ ਲਗਾਉਣ ਮਗਰੋਂ ਬੋਲੇ ਡੋਨਲਡ ਟਰੰਪ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕੀ ਕਾਨੂੰਨ ਸਾਜ਼ ਸਾਲਾਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਇਹਨਾਂ ਵਿਅਕਤੀਆਂ ਲਈ ਰਾਹਤ ਲਿਆਉਣ ਲਈ ਇੱਕ ਬਿੱਲ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇੱਕ ਦੋ-ਪੱਖੀ ਪ੍ਰਸਤਾਵ ਦਾ ਉਦੇਸ਼ ਗ੍ਰੀਨ ਕਾਰਡਾਂ ਦੀ ਗਿਣਤੀ ਵਧਾਉਣਾ ਅਤੇ ਹੋਰ ਇਮੀਗ੍ਰੇਸ਼ਨ ਸੁਧਾਰਾਂ ਨੂੰ ਪੇਸ਼ ਕਰਨਾ ਹੈ। 2025 ਦਾ ਡਿਗਨਿਟੀ ਐਕਟ ਸਥਾਈ ਨਿਵਾਸ ਲਈ ਯੋਗਤਾ ਵਧਾਏਗਾ ਅਤੇ ਵੀਜ਼ਾ ਬੈਕਲੌਗ ਨੂੰ ਘਟਾਏਗਾ। ਇਹ ਉਦੋਂ ਆਇਆ ਜਦੋਂ ਵਿੱਤੀ ਸਾਲ 2025 ਦੀ ਦੂਜੀ ਤਿਮਾਹੀ ਤੱਕ ਅਮਰੀਕੀ ਇਮੀਗ੍ਰੇਸ਼ਨ ਬੈਕਲੌਗ 11.3 ਮਿਲੀਅਨ ਯਾਨੀ ਕਿ 1.13 ਕਰੋੜ ਕੇਸਾਂ ਤੱਕ ਪਹੁੰਚ ਗਿਆ ਸੀ। 15 ਜੁਲਾਈ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਫਲੋਰੀਡਾ ਤੋਂ ਰਿਪਬਲਿਕਨ ਪ੍ਰਤੀਨਿਧੀ ਮਾਰੀਆ ਐਲਵੀਰਾ ਸਲਾਜ਼ਾਰ ਅਤੇ ਟੈਕਸਾਸ ਤੋਂ ਡੈਮੋਕ੍ਰੇਟ ਪ੍ਰਤੀਨਿਧੀ ਵੈਰੋਨਿਕਾ ਐਸਕੋਬਾਰ ਦੁਆਰਾ ਇਮੀਗ੍ਰੇਸ਼ਨ ਨੂੰ ਸੁਧਾਰਨ ਲਈ ਇੱਕ ਦੋ-ਪੱਖੀ ਬਿੱਲ ਪੇਸ਼ ਕੀਤਾ ਗਿਆ। ਡਿਗਨਿਟੀ ਐਕਟ ਦਾ ਇੱਕ ਮੁੱਖ ਉਪਬੰਧ ਉਡੀਕ ਸਮੇਂ ਨੂੰ 10 ਸਾਲ ਤੱਕ ਸੀਮਿਤ ਕਰਕੇ ਇਮੀਗ੍ਰੇਸ਼ਨ ਵੀਜ਼ਾ ਬੈਕਲੌਗ ਨੂੰ ਘਟਾਉਣਾ ਹੈ। ਰੋਜ਼ਗਾਰ ਜਾਂ ਪਰਿਵਾਰ ਆਧਾਰਿਤ ਇਮੀਗ੍ਰੇਸ਼ਨ ਵੀਜ਼ਾ ਵਾਲੇ ਲੋਕ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ। ਉਹ ਤੇਜ਼ ਪ੍ਰਕਿਰਿਆ ਲਈ $20,000 ਯਾਨੀ ਕਿ 17,05,000 ਰੁਪਏ ਫੀਸ ਦਾ ਭੁਗਤਾਨ ਕਰ ਸਕਦੇ ਹਨ। ਬਿੱਲ ਵਿੱਚ ਰੋਜ਼ਗਾਰ ਅਤੇ ਪਰਿਵਾਰ ਆਧਾਰਿਤ ਸ਼੍ਰੇਣੀਆਂ ਦੋਵਾਂ ਲਈ ਗ੍ਰੀਨ ਕਾਰਡਾਂ ਲਈ ਮੌਜੂਦਾ ਪ੍ਰਤੀ ਦੇਸ਼ ਸੀਮਾ ਨੂੰ ਸਾਲਾਨਾ ਕੁੱਲ ਦੇ 7% ਤੋਂ ਵਧਾ ਕੇ 15% ਕਰਨ ਦਾ ਪ੍ਰਸਤਾਵ ਹੈ। ਪ੍ਰਸਤਾਵਿਤ ਕਾਨੂੰਨ 2023 ਦੇ ਡਿਗਨਿਟੀ ਐਕਟ ਦਾ ਸੋਧਿਆ ਹੋਇਆ ਸੰਸਕਰਣ ਹੈ। ਇਹ ਗ੍ਰਹਿ ਸੁਰੱਖਿਆ, ਰਾਜ ਅਤੇ ਕਿਰਤ ਵਿਭਾਗਾਂ ਵਿੱਚ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਇੱਕ ਨਵਾਂ ਇਮੀਗ੍ਰੇਸ਼ਨ ਏਜੰਸੀ ਕੋਆਰਡੀਨੇਟਰ ਦਫ਼ਤਰ ਸਥਾਪਿਤ ਕਰਨ ਦਾ ਸੁਝਾਅ ਦਿੰਦਾ ਹੈ। ਇਹ ਇਸ ਤਾਲਮੇਲ ਨੂੰ ਸਮਰਥਨ ਦੇਣ ਅਤੇ ਵੀਜ਼ਾ ਪ੍ਰੋਸੈਸਿੰਗ ਬੈਕਲੌਗ ਨੂੰ ਘਟਾਉਣ ਦੇ ਲਈ $3.6 ਬਿਲੀਅਨ ਵੀ ਅਲੋਟ ਕਰਦਾ ਹੈ। ਦੋ-ਪੱਖੀ ਬਿੱਲ ਵਿੱਚ ਪ੍ਰਸਤਾਵਿਤ ਤਬਦੀਲੀਆਂ ਕਈ ਸਮੂਹਾਂ ਨੂੰ ਲਾਭ ਪਹੁੰਚਾਉਣਗੀਆਂ, ਜਿਨ੍ਹਾਂ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀ ਵੀ ਸ਼ਾਮਲ ਹਨ ਜੋ ਨਾਬਾਲਗ ਵਜੋਂ ਅਮਰੀਕਾ ਆਏ ਸਨ, ਜਿਨ੍ਹਾਂ ਨੂੰ ਡ੍ਰੀਮਰਸ ਕਿਹਾ ਜਾਂਦਾ ਹੈ। ਨਿਊਜ਼ਵੀਕ ਦੇ ਅਨੁਸਾਰ ਇਹ ਵੀਜ਼ਾ ਬੈਕਲੌਗ ਵਿੱਚ ਫਸੇ ਲੋਕਾਂ ਅਤੇ ਹੁਨਰਮੰਦ ਕਾਮਿਆਂ ਲਈ ਵੀ ਰਾਹਤ ਲਿਆਏਗਾ ਜੋ ਪ੍ਰਤੀ ਦੇਸ਼ ਸੀਮਾਵਾਂ ਕਾਰਨ ਲੰਬੀ ਉਡੀਕ ਕਰ ਰਹੇ ਹਨ। ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਯੋਗ ਨਹੀਂ ਹੋਣਗੇ। ਇਹ ਬਿੱਲ ਉਦੋਂ ਆਇਆ ਜਦੋਂ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਪ੍ਰਵਾਸੀਆਂ ਦੀਆਂ ਅਰਜ਼ੀਆਂ ਵਿੱਚ ਇੱਕ ਮਹੱਤਵਪੂਰਨ ਵਾਧੇ ਨਾਲ ਨਜਿੱਠ ਰਹੀਆਂ ਹਨ। ਪ੍ਰਵਾਸੀ ਵਕੀਲ ਟਰੰਪ ਪ੍ਰਸ਼ਾਸਨ ਨੂੰ ਵੱਡੇ ਬੈਕਲੌਗ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਕਿਉਂਕਿ ਅਮਰੀਕੀ ਸਰਕਾਰ ਧੋਖਾਧੜੀ ਦੇ ਮਾਮਲਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦੀ ਹੈ। ਭਾਰਤ ਸਣੇ ਦੁਨੀਆ ਦੇ 100 ਤੋਂ ਵੱਧ ਮੁਲਕਾਂ ਉੱਤੇ ਟਰੰਪ ਦੀਆਂ ਟੈਰਿਫਸ ਲਾਗੂ ਹੋ ਚੁੱਕੀਆਂ ਹਨ। ਜੀ ਹਾਂ, ਭਾਰਤ ਨੂੰ 50% ਟੈਰਿਫਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਬਾਕੀ ਮੁਲਕਾਂ ਨੂੰ ਪਹਿਲਾਂ ਤੋਂ ਤੈਅ ਦਰਾਂ ਮੁਤਾਬਕ ਅਦਾਇਗੀ ਕਰਨੀ ਹੋਵੇਗੀ। ਅਮਰੀਕਾ ਦੇ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ, ਅੱਧੀ ਰਾਤ ਹੋ ਚੁੱਕੀ ਹੈ ਅਤੇ ਟੈਰਿਫਸ ਦੇ ਰੂਪ ਵਿੱਚ ਅਰਬਾਂ ਡਾਲਰ ਅਮਰੀਕਾ ਵੱਲ ਆ ਰਹੇ ਹਨ। ਦੱਸ ਦਈਏ ਕਿ ਟਰੰਪ ਵੱਲੋਂ 2 ਅਪ੍ਰੈਲ ਤੋਂ ਟੈਰਿਫਸ ਲਾਗੂ ਕਰਨ ਦਾ ਐਲਾਨ ਕੀਤਾ ਗਿਆ, ਪਰ ਕੌਮਾਂਤਰੀ ਸ਼ੇਅਰ ਬਾਜ਼ਾਰ ਹਾਲਾਤ ਬੱਤਰ ਹੋ ਗਏ ਅਤੇ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ। ਅਮਰੀਕਾ ਦਾ ਸ਼ੇਅਰ ਬਾਜ਼ਾਰ ਵੀ ਮੁੱਦੇ ਮੁੱਢ ਗਿਆ ਅਤੇ ਸਿਰਫ 2 ਦਿਨ ਵਿੱਚ 10% ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਟਰੰਪ ਨੇ ਟੈਰਿਫਸ ਦਾ ਮਾਮਲਾ ਜੋ ਹੈ 90 ਦਿਨ ਲਈ ਟਾਲ ਦਿੱਤਾ। ਇਸ ਵਾਰ ਭਾਵੇਂ ਵੱਖ-ਵੱਖ ਮੁਲਕਾਂ ਦੇ ਨਾਲ ਵਪਾਰ ਸਮਝੌਤੇ ਕਰਦਿਆਂ ਟਰੰਪ ਵੱਲੋਂ ਟੈਰਿਫਸ ਕਿਸੇ ਹੱਦ ਤੱਕ ਹੇਠਾਂ ਲਿਆਂਦੀਆਂ ਗਈਆਂ, ਪਰ ਆਰਥਿਕ ਮਾਹਰਾਂ ਦਾ ਇਹ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰਾਂ ਤੇ ਅਸਰ ਲਾਜ਼ਮੀ ਪਵੇਗਾ। ਦੂਜੇ ਪਾਸੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਅੰਦਾਜ਼ੇ ਮੁਤਾਬਕ ਔਸਤ ਟੈਰਿਫ ਦਰ 18.3% ਹੋ ਚੁੱਕੀ ਹੈ, ਜੋ ਪਿਛਲੇ 100 ਸਾਲ ਵਿੱਚ ਸਭ ਤੋਂ ਜ਼ਿਆਦਾ ਹੈ। 1909 ਵਿੱਚ ਅਮਰੀਕਾ 21% ਟੈਰਿਫ ਵਸੂਲ ਰਿਹਾ ਸੀ। ਵਿਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਉੱਤੇ ਜ਼ਿਆਦਾ ਟੈਕਸ ਲੱਗਣ ਕਰਕੇ ਅਮਰੀਕਨ ਪਰਿਵਾਰਾਂ ਨੂੰ ਹਰ ਸਾਲ
$2400 ਵਾਧੂ ਖਰਚ ਕਰਨੇ ਹੋਣਗੇ। ਪਹਿਲਾਂ ਜਿਹੜਾ ਵਿਦੇਸ਼ਾਂ ਸਮਾਨ ਜੋ ਯਾਨੀ ਕਿ ਵਿਦੇਸ਼ੀ ਸਮਾਨ $100 ਵਿੱਚ ਮਿਲ ਰਿਹਾ ਸੀ, ਹੁਣ ਉਹ $118 ਤੋਂ ਵੱਧ ਕੀਮਤ ਤੇ ਮਿਲੇਗਾ। ਆਰਥਿਕ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਉਹਨਾਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧਣਗੀਆਂ ਜਿਨ੍ਹਾਂ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਹੋਰ ਅੰਦਾਜ਼ੇ ਮੁਤਾਬਕ ਟਰੰਪ ਦੀਆਂ ਟੈਰਿਫਸ ਨਾਲ ਅਮਰੀਕਾ ਦੇ GDP ਨੂੰ $140 ਅਰਬ ਦਾ ਨੁਕਸਾਨ ਹੋਵੇਗਾ। ਖਾਣ ਪੀਣ ਵਾਲੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੇਲੇ ਅਤੇ ਕੌਫੀ ਸਭ ਤੋਂ ਮਹਿੰਗੇ ਹੋਣਗੇ, ਜਦਕਿ ਮੱਛੀ, ਬੀਅਰ ਅਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਅਸਾਰ ਹਨ। ਟਰੰਪ ਦਾਅਵਾ ਕਰ ਰਹੇ ਹਨ ਕਿ ਅਮਰੀਕਾ ਦਾ ਅਰਥਚਾਰਾ ਮਜ਼ਬੂਤ ਹੋਵੇਗਾ, ਪਰ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧੀ ਤਾਂ ਲੋਕ ਖਰੀਦਦਾਰੀ ਘਟਾ ਦੇਣਗੇ ਅਤੇ ਰੋਜ਼ਗਾਰ ਦੇ ਮੌਕੇ ਘਟ ਸਕਦੇ ਹਨ। ਹੁਣ ਤੱਕ ਮੋੜਵੀਆਂ ਟੈਰਿਫਸ ਦਾ ਜ਼ਿਆਦਾ ਰੌਲਾ ਨਹੀਂ ਪਿਆ, ਪਰ ਸਮਾਂ ਲੰਘਣ ਦੇ ਜਵਾਬੀ ਕਾਰਵਾਈ ਸਾਹਮਣੇ ਆ ਸਕਦੀ ਹੈ। ਸਭ ਤੋਂ ਵੱਡਾ ਖਤਰਾ ਰਿਸੈਸ਼ਨ ਦਾ ਮੰਡਰਾਉਣ ਲੱਗਾ ਹੈ। ਕੌਮਾਂਤਰੀ ਏਜੰਸੀਆਂ ਅਤੇ ਆਰਥਿਕ ਮਾਹਰਾਂ ਨੇ ਸਾਫ਼ ਲਫ਼ਜ਼ਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਟੈਰਿਫਸ ਜੰਗ ਅੱਗੇ ਵਧੀ ਤਾਂ ਦੁਨੀਆ ਨੂੰ ਰਿਸੈਸ਼ਨ ਤੋਂ ਕੋਈ ਨਹੀਂ ਬਚਾ ਸਕਦਾ। IMF ਦੇ ਅੰਦਾਜ਼ੇ ਮੁਤਾਬਕ ਕਾਰੋਬਾਰੀ ਜੰਗ ਕਰਕੇ ਕੌਮਾਂਤਰੀ ਵਿਕਾਸ ਦਰ 3.3% ਤੋਂ ਘਟ ਕੇ 3% ਤੇ ਆ ਸਕਦੀ ਹੈ। ਟਰੰਪ ਦੀਆਂ ਟੈਰਿਫਸ ਹਰ ਮੁਲਕ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਇਨ੍ਹਾਂ ਕਰਕੇ ਵਸਤਾਂ ਦੇ ਨਿਰਮਾਣ ਤੇ ਐਕਸਪੋਰਟਸ ਵਿੱਚ ਕਮੀ ਆ ਸਕਦੀ ਹੈ। ਕੈਨੇਡਾ ਦੀ PR ਲਈ ਕਾਲੇ ਹਜ਼ਾਰਾਂ ਪ੍ਰਵਾਸੀਆਂ ਦਾ ਪਿੱਛਾ ਖੁਫੀਆ ਏਜੰਸੀਆਂ ਦੇ ਅਫਸਰ ਕਰ ਰਹੇ ਹਨ ਅਤੇ ਹਰ ਸਰਗਰਮੀ ਉੱਤੇ ਨਜ਼ਰ ਰੱਖਣ ਸਣੇ ਪਿਛੋਕੜ ਨੂੰ ਵੀ ਡੂੰਘਾਈ ਦੇ ਨਾਲ ਫਰੋਲਿਆ ਜਾ ਰਿਹਾ ਹੈ। ਜੀ ਹਾਂ, ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨਹੀਂ ਚਾਹੁੰਦਾ ਕਿ ਦਾਗੀ ਕਿਸਮ ਦੇ ਲੋਕਾਂ ਨੂੰ ਮੁਲਕ ਵਿੱਚ ਰਹਿਣ ਜਾਂ ਪੱਕੇ ਹੋਣ ਦਾ ਮੌਕਾ ਮਿਲੇ, ਜਿਸ ਦੇ ਮੱਦੇਨਜ਼ਰ ਲੱਖਾਂ ਦੀ ਤਾਦਾਦ ਵਿੱਚ ਅਰਜ਼ੀਆਂ ਕੈਨੇਡੀਅਨ ਖੁਫੀਆ ਕੋਲ ਭੇਜੀਆਂ ਜਾ ਰਹੀਆਂ ਹਨ। ਉਧਰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਦੱਸਿਆ ਕਿ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ 5,38,000 ਲੋਕਾਂ ਦਾ ਅੱਗਾ ਪਿੱਛਾ ਪਤਾ ਕਰਨ ਦੀ ਗੁਜ਼ਾਰਿਸ਼ ਭੇਜੀ ਗਈ, ਜਦਕਿ 2023 ਵਿੱਚ ਅਜਿਹੀਆਂ ਗੁਜ਼ਾਰਿਸ਼ਾਂ ਦੀ ਗਿਣਤੀ 3 ਲੱਖ ਦੇ ਨੇੜੇ ਤੇੜੇ ਰਹੇ। ਖੁਫੀਆ ਏਜੰਸੀ ਤੋਂ ਹਰੀ ਝੰਡੀ ਮਿਲਣ ਤੱਕ ਇਮੀਗ੍ਰੇਸ਼ਨ ਵਾਲੇ ਕਿਸੇ ਅਰਜ਼ੀ ਦੀ ਪ੍ਰੋਸੈਸਿੰਗ ਮੁਕੰਮਲ ਨਹੀਂ ਕਰ ਸਕਦੇ, ਜਦਕਿ ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਲੰਮੀ ਉਡੀਕ ਦੀ ਦੁਹਾਈ ਦਿੱਤੀ ਜਾ ਰਹੀ ਹੈ। ontario ਅਤੇ BC ਦੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਿਕਿਉਰਿਟੀ ਸਕਰੀਨਿੰਗ ਕਰਕੇ ਉਹਨਾਂ ਦੇ ਕਲਾਇੰਟਸ ਨੂੰ ਹੱਦ ਜ਼ਿਆਦਾ ਉਡੀਕਣਾ ਪੈ ਰਿਹਾ ਹੈ ਅਤੇ ਇਸ ਦਾ ਅਸਲ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ। ਮਿਸਾਲ ਵਜੋਂ ਜਾਰਡਨ ਤੋਂ ਆਏ ਇੱਕ ਰਿਫਿਊਜੀ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕੀਤੀ, ਪਰ ਉਹ ਮਈ 2024 ਤੋਂ ਸਿਕਿਉਰਿਟੀ ਸਕਰੀਨਿੰਗ ਦਾ ਨਤੀਜਾ ਹੀ ਉਡੀਕ ਰਿਹਾ ਹੈ। ਇਸੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਨੈਕਸਸ ਕਾਰਡ ਬਾਰੇ ਨੀਤੀ ਵਿੱਚ ਤਬਦੀਲੀ ਕੀਤੀ ਗਈ ਹੈ। ਇਸੇ ਤਬਦੀਲੀ ਕਰਨ ਦਾ ਮਸਲਾ ਵੀ ਸੁਰਖੀਆਂ ਦੇ ਵਿੱਚ ਹੈ। ਭਾਵੇਂ ਇਸ ਤਬਦੀਲੀ ਦਾ ਮੁੱਖ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਇੱਕ ਕਾਰਜਕਾਰੀ ਹੁਕਮ ਹੈ, ਪਰ ਇਮੀਗ੍ਰੇਸ਼ਨ ਲਾਇਰਸ ਦਾ ਇਹ ਕਹਿਣਾ ਹੈ ਕਿ ਸੰਵਿਧਾਨਕ ਆਧਾਰ ਤੇ ਇਸ ਤਬਦੀਲੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਨੈਕਸਸ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ, ਜਿਸ ਰਾਹੀਂ ਦੋਹਾਂ ਮੁਲਕਾਂ ਦਰਮਿਆਨ ਆਵਾਜਾਈ ਸੁਖਾਲੀ ਬਣ ਜਾਂਦੀ ਹੈ। ਟਰੰਪ ਚਾਹੁੰਦੇ ਹਨ ਕਿ ਕੈਨੇਡਾ ਵਾਸੀਆਂ ਦੇ ਪਾਸਪੋਰਟ ਤੇ ਪਛਾਣ ਵਾਲੇ ਖਾਨੇ ਯਾਨੀ ਲਿੰਗ ਦੀ ਪਛਾਣ ਵਾਲੇ ਖਾਨੇ ਵਿੱਚ X ਦੀ ਬਜਾਏ ਮੇਲ ਜਾਂ ਫੀਮੇਲ ਲਿਖਿਆ ਹੋਵੇ। ਫਿਲਹਾਲ ਅਮਰੀਕਾ ਸਰਕਾਰ X ਜੈਂਡਰ ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਪ੍ਰਵਾਨ ਕਰ ਰਹੀ ਹੈ, ਪਰ ਨੈਕਸਸ ਕਾਰਡ ਨਵਿਆਉਣ ਮੌਕੇ ਇਹ ਸਭ ਨਹੀਂ ਚੱਲਣਾ ਅਤੇ ਮੇਲ ਜਾਂ ਫੀਮੇਲ ਵਿੱਚੋਂ ਹੀ ਕੋਈ ਸ਼ਬਦ ਲਿਖਣਾ ਹੋਵੇਗਾ। ਟੋਰਾਂਟੋ ਦੇ ਬੇਟਿਸਟਾ ਲਾਅ ਗਰੁੱਪ ਦੀ ਜੋਸਨਾ ਕੰਗ ਨੇ ਕੈਨੇਡਾ ਸਰਕਾਰ ਦੇ ਤਾਜ਼ਾ ਫੈਸਲੇ ਨੂੰ ਕਾਇਰਾਨਾ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਨਵੀਂ ਨੀਤੀ ਲੋਕਾਂ ਨਾਲ ਵਿਤਕਰਾ ਕਰਦੀ ਹੈ ਅਤੇ ਕੈਨੇਡੀਅਨ ਚਾਰਟਰ ਦੀ ਧਾਰਾ 15 ਦੇ ਵਿਰੁੱਧ ਜਾਂਦੀ ਹੈ। ਬਰਾਬਰਤਾ ਵਾਲਾ ਸਿਧਾਂਤ ਇੱਥੇ ਖਤਮ ਨਜ਼ਰ ਆ ਰਿਹਾ ਹੈ। ਅਮਰੀਕਾ ਨੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਗ੍ਰਿਫਤਾਰੀ ਲਈ ਐਲਾਨੇ ਗਏ ਇਨਾਮ ਦੀ ਰਕਮ ਦੁੱਗਣੀ ਕਰ ਦਿੱਤੀ। ਪਹਿਲਾਂ ਇਹ ਇਨਾਮ $15 ਮਿਲੀਅਨ ਸੀ, ਜਿਸ ਨੂੰ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਵਧਾ ਕੇ $25 ਮਿਲੀਅਨ ਕੀਤਾ ਗਿਆ ਸੀ। ਹੁਣ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇਸ ਰਕਮ ਨੂੰ $50 ਮਿਲੀਅਨ ਕਰ ਦਿੱਤਾ ਹੈ, ਜੋ ਕਿ ਓਜ਼ਾਮਾ ਬਿਨ ਲਾਦੇਨ ਤੇ ਰੱਖੇ ਗਏ ਇਨਾਮ ਦੇ ਬਰਾਬਰ ਹੈ। ਅਮਰੀਕਾ ਨੇ ਨਿਕੋਲਸ ਮਾਦੂਰੋ ਨੂੰ ਦੁਨੀਆ ਦਾ ਸਭ ਤੋਂ ਵੱਡਾ ਨਸ਼ੀਲੇ ਪਦਾਰਥਾਂ ਦਾ ਤਸਕਰ ਕਰਾਰ ਦਿੱਤਾ। ਅਟਾਰਨੀ ਜਨਰਲ ਪਾਮ ਬੋਂਡੀ ਨੇ ਕਿਹਾ ਕਿ ਮਾਦੂਰੋ ਕਾਰਟੇਲਾਂ ਨਾਲ ਮਿਲ ਕੇ ਅਮਰੀਕਾ ਵਿੱਚ ਕੋਕੀਨ ਦੀ ਤਸਕਰੀ ਕਰਦਾ ਹੈ। ਬੋਂਡੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਮਾਦੂਰੋ ਨਿਆਂ ਤੋਂ ਬਚ ਨਹੀਂ ਸਕਦਾ ਅਤੇ ਉਸ ਨੂੰ ਉਸਦੇ ਅਪਰਾਧਾਂ ਲਈ ਸਜ਼ਾ ਮਿਲੇਗੀ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਨਿਆਂ ਵਿਭਾਗ ਨੇ ਮਾਦੂਰੋ ਨਾਲ ਸੰਬੰਧਿਤ $700 ਮਿਲੀਅਨ ਦੀ ਜਾਇਦਾਦ ਜ਼ਬਤ ਕਰ ਲਈ ਹੈ, ਜਿਸ ਵਿੱਚ 2 ਨਿੱਜੀ ਜੈਟ ਵੀ ਸ਼ਾਮਲ ਹਨ। ਬੋਂਡੀ ਅਨੁਸਾਰ ਲਗਭਗ
7 ਟਨ ਕੋਕੀਨ ਦੀ ਤਸਕਰੀ ਵਿੱਚ ਮਾਦੂਰੋ ਦਾ ਸਿੱਧਾ ਹੱਥ ਸੀ। ਅਮਰੀਕਾ ਦੇ ਇਸ ਫੈਸਲੇ ਦੀ ਵੈਨਜ਼ੂਏਲਾ ਸਰਕਾਰ ਨੇ ਸਖਤ ਆਲੋਚਨਾ ਕੀਤੀ ਹੈ। ਵੈਨਜ਼ੂਏਲਾ ਦੇ ਵਿਦੇਸ਼ ਮੰਤਰੀ ਯਵੋਨ ਗਿਲ ਨੇ ਇਸ ਨੂੰ ਰਾਜਨੀਤਿਕ ਪ੍ਰਚਾਰ ਦੱਸਿਆ। ਉਹਨਾਂ ਨੇ ਕਿਹਾ, ਅਸੀਂ ਉਹਨਾਂ ਲੋਕਾਂ ਤੋਂ ਹੈਰਾਨ ਨਹੀਂ ਹਾਂ ਜੋ ਅਜਿਹਾ ਕਰ ਰਹੇ ਹਨ। ਇਹ ਉਹੀ ਵਿਅਕਤੀ ਹੈ ਜਿਸ ਨੇ ਐਪਸਟਾਈਨ ਦੀ ਗੁਪਤ ਸੂਚੀ ਹੋਣ ਦਾ ਦਾਅਵਾ ਕੀਤਾ ਸੀ ਅਤੇ ਰਾਜਨੀਤਿਕ ਲਾਭ ਲਈ ਇਸ ਘੁਟਾਲੇ ਵਿੱਚ ਸ਼ਾਮਲ ਰਿਹਾ। ਇਹ ਮੁੱਦਾ ਪਹਿਲੇ ਟਰੰਪ ਕਾਰਜਕਾਲ ਦੌਰਾਨ ਵੀ ਉੱਠਿਆ ਸੀ, ਜਦੋਂ ਉਹਨਾਂ ਨੇ ਮਾਦੂਰੋ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫੇ ਕੈਪਸ ਕੈਫੇ ਤੇ ਵੀਰਵਾਰ ਨੂੰ ਇੱਕ ਵਾਰ ਫਿਰ ਗੋਲੀਬਾਰੀ ਹੋਣ ਦੀ ਖਬਰ ਹੈ। ਇਸ ਮਹੀਨੇ ਵਿੱਚ ਦੂਜੀ ਵਾਰ ਹੋਈ ਘਟਨਾ ਹੈ। ਰਾਹਤ ਦੀ ਗੱਲ ਇਹ ਹੈ ਕਿ ਗੋਲੀਬਾਰੀ ਸਮੇਂ ਕੈਫੇ ਬੰਦ ਸੀ, ਇਸ ਲਈ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਟਿੱਲੋ ਨੇ ਲਈ ਹੈ, ਜਿਸ ਦਾ ਕਹਿਣਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ। ਗੋਲਡੀ ਟਿੱਲੋ ਦੀ ਧਮਕੀ ਭਰੀ ਪੋਸਟ ਸਾਹਮਣੇ ਆਈ ਹੈ। ਗੋਲਡੀ ਟਿੱਲੋ ਨੇ ਇੱਕ ਆਨਲਾਈਨ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਅਸੀਂ ਅੱਜ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਵਿੱਚ ਹੋਈ ਗੋਲੀਬਾਰੀ ਲਈ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਉਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਫੋਨ ਨਹੀਂ ਚੁੱਕਿਆ, ਇਸ ਲਈ ਸਾਨੂੰ ਇਹ ਕਾਰਵਾਈ ਕਰਨੀ ਪਈ। ਜੇਕਰ ਉਸਨੇ ਅਜੇ ਵੀ ਫੋਨ ਨਹੀਂ ਸੁਣਿਆ ਤਾਂ ਅਗਲੀ ਕਾਰਵਾਈ ਮੁੰਬਈ ਵਿੱਚ ਕੀਤੀ ਜਾਵੇਗੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ ਸਥਾਨਕ ਪੁਲਿਸ ਨੇ ਦੋਵਾਂ ਹਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਜਾਂਚ ਟੀਮਾਂ ਸੀਸੀਟੀਵੀ ਫੁਟੇਜ ਖੰਗਾਲ ਰਹੀਆਂ ਹਨ ਅਤੇ ਗਵਾਹਾਂ ਅਤੇ ਕੈਫੇ ਦੇ ਸਟਾਫ ਤੋਂ ਪੁੱਛਗਿੱਛ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਕਪਿਲ ਸ਼ਰਮਾ ਦਾ ਪਹਿਲਾ ਅੰਤਰਰਾਸ਼ਟਰੀ ਰੈਸਟੋਰੈਂਟ ਹੈ ਜੋ ਪਿਛਲੇ ਸਾਲ ਹੀ ਖੁੱਲਿਆ ਸੀ। ਪਹਿਲਾ ਹਮਲਾ 10 ਜੁਲਾਈ ਨੂੰ ਹੋਇਆ ਸੀ। ਇਸ ਤੋਂ ਪਹਿਲਾਂ 10 ਜੁਲਾਈ ਨੂੰ ਵੀ ਇਸੇ ਕੈਫੇ ਤੇ ਗੋਲੀਬਾਰੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਖੁਦ ਹਰਜੀਤ ਸਿੰਘ ਲਾਡੀ ਨੇ ਲਈ ਸੀ। ਹਰਜੀਤ ਸਿੰਘ ਲਾਡੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸੰਬੰਧਿਤ ਹੈ ਅਤੇ ਰਾਸ਼ਟਰੀ ਜਾਂਚ ਏਜੰਸੀ ਦੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਵੀ ਹੈ। ਇਹ ਲਗਾਤਾਰ ਹੋ ਰਹੇ ਹਮਲੇ ਕੈਨੇਡਾ ਵਿੱਚ ਸੁਰੱਖਿਆ ਸਥਿਤੀ ਅਤੇ ਭਾਰਤੀ ਭਾਈਚਾਰੇ ਦੀ ਚਿੰਤਾ ਨੂੰ ਵਧਾ ਰਹੇ ਹਨ। ਅਮਰੀਕੀ ਟੈਰਿਫ ਮੁੱਦੇ ਤੇ ਭਾਰਤ ਅਤੇ ਅਮਰੀਕਾ ਵਿਚਕਾਰ ਤਣਾਅ ਆਪਣੀ ਸਿਖਰ ਤੇ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਵਪਾਰ ਗੱਲਬਾਤ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਦੋਵਾਂ ਦੇਸ਼ਾਂ ਵਿਚਕਾਰ ਟੈਰਿਫ ਮੁੱਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਦੋਵਾਂ ਦੇਸ਼ਾਂ ਵਿਚਕਾਰ ਕੋਈ ਵਪਾਰਕ ਗੱਲਬਾਤ ਨਹੀਂ ਹੋਵੇਗੀ। ਉਹਨਾਂ ਦਾ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕਾ ਦੁਆਰਾ 25% ਟੈਰਿਫ ਅਤੇ ਰੂਸ ਤੋਂ ਰੱਖਿਆ ਖਰੀਦਦਾਰੀ ਕਾਰਨ 25% ਵਾਧੂ ਟੈਰਿਫ ਲਗਾਇਆ ਗਿਆ। ਇਸ ਦੇ ਨਾਲ ਹੀ ਭਾਰਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਦਰਅਸਲ ਜਦੋਂ ਟਰੰਪ ਨੂੰ ਓਵਲ ਦਫ਼ਤਰ ਵਿੱਚ ਪੁੱਛਿਆ ਗਿਆ ਸੀ ਕਿ ਕੀ ਉਹ 50% ਟੈਰਿਫ ਦੇ ਐਲਾਨ ਤੋਂ ਬਾਅਦ ਵਪਾਰ ਗੱਲਬਾਤ ਵਿੱਚ ਵਾਧੇ ਦੀ ਉਮੀਦ ਕਰਦੇ ਹਨ, ਇਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨਕਾਰ ਕਰ ਦਿੱਤਾ। ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ, ਇਸ ਮੁੱਦੇ ਨੂੰ ਹੱਲ ਕਰਨ ਤੱਕ ਇਸ ਦੀ ਕੋਈ ਉਮੀਦ ਨਹੀਂ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਬਾਰੇ ਗੱਲਬਾਤ ਫਰਵਰੀ ਵਿੱਚ ਸ਼ੁਰੂ ਹੋਈ ਸੀ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਲਗਭਗ 1 ਮਹੀਨੇ ਬਾਅਦ, ਯਾਨੀ ਕਿ ਭਾਰਤ ਉਹਨਾਂ ਪਹਿਲੇ ਕੁਝ ਦੇਸ਼ਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਅਮਰੀਕਾ ਨਾਲ ਜਲਦੀ ਤੋਂ ਜਲਦੀ ਵਪਾਰ ਸਮਝੌਤੇ ਨੂੰ ਤਰਜੀਹ ਦਿੱਤੀ ਸੀ। ਦੋਵਾਂ ਦੇਸ਼ਾਂ ਨੇ ਵਪਾਰ ਗੱਲਬਾਤ ਲਈ ਆਪਣੇ ਵਫਦਾਂ ਦਾ ਐਲਾਨ ਵੀ ਕੀਤਾ ਸੀ। ਹਾਲਾਂਕਿ ਪਿਛਲੇ 5 ਮਹੀਨਿਆਂ ਵਿੱਚ 5 ਮੀਟਿੰਗਾਂ ਦੇ ਬਾਵਜੂਦ ਭਾਰਤ ਅਮਰੀਕਾ ਕਿਸੇ ਸਮਝੌਤੇ ਤੇ ਨਹੀਂ ਪਹੁੰਚ ਸਕੇ। ਅਮਰੀਕੀ ਟੀਮ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਅਗਲੇ ਦੌਰ ਦੀ ਗੱਲਬਾਤ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰੇਗੀ। ਟਰੰਪ ਨੇ ਪਹਿਲਾਂ ਵੀ ਵਾਰ-ਵਾਰ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਦਾ ਹੈ ਅਤੇ ਅਜਿਹਾ ਕਰਕੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਯੁੱਧ ਭੜਕਾਉਣ ਵਿੱਚ ਮਦਦ ਕਰ ਰਿਹਾ ਹੈ। ਭਾਰਤ ਤੇ ਦਬਾਅ ਪਾਉਣ ਦੇ ਆਪਣੇ ਕਦਮ ਦੇ ਹਿੱਸੇ ਵਜੋਂ ਟਰੰਪ ਨੇ 25% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਪਰ ਗੱਲਬਾਤ ਲਈ ਵਿਕਲਪ ਵੀ ਖੁੱਲ੍ਹਾ ਰੱਖਿਆ ਹੈ। ਕਾਰਜਕਾਰੀ ਆਦੇਸ਼ ਅਨੁਸਾਰ ਵਾਧੂ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ, ਜਦਕਿ ਅਮਰੀਕੀ ਟੀਮ ਦੁਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਕਰਨ ਲਈ 25 ਅਗਸਤ ਨੂੰ ਭਾਰਤ ਆ ਰਹੀ ਹੈ। ਟਰੰਪ ਨੇ ਸ਼ੁਰੂਆਤੀ ਟੈਰਿਫ ਦੇ ਐਲਾਨ ਤੋਂ ਬਾਅਦ ਵੀ ਗੱਲਬਾਤ ਦੇ ਵਿਕਲਪ ਖੁੱਲ੍ਹੇ ਰੱਖੇ ਹਨ। ਸ਼ੁਰੂ ਵਿੱਚ ਸ਼ੁਰੂਆਤੀ ਟੈਰਿਫ 1 ਅਗਸਤ ਨੂੰ ਲਾਗੂ ਕੀਤਾ ਜਾਣਾ ਸੀ, ਜਿਸ ਨੂੰ 7 ਅਗਸਤ ਤੱਕ ਵਧਾ ਦਿੱਤਾ ਗਿਆ ਸੀ। ਅਮਰੀਕਾ ਦੇ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਤੋਂ ਰਵਾਨਾ ਹੋਏ 300 ਮੁਸਾਫਰਾਂ ਨੂੰ ਚੇਤਾ ਵੀ ਨਹੀਂ ਕਿ 13 ਘੰਟੇ ਦਾ ਸਫ਼ਰ 29 ਘੰਟੇ ਵਿੱਚ ਖਤਮ ਹੋਵੇਗਾ ਅਤੇ ਇਮੀਗ੍ਰੇਸ਼ਨ ਸਮੱਸਿਆ ਵੱਖਰੇ ਤੌਰ ਤੇ ਬਰਦਾਸ਼ਤ ਕਰਨੀਆਂ ਪੈਣਗੀਆਂ। ਦੁਨੀਆ ਦੇ ਐਵੀਏਸ਼ਨ ਇਤਿਹਾਸ ਵਿੱਚ ਕੈਥੇ ਪੈਸੀਫਿਕ ਦੀ ਫਲਾਈਟ CX-883 ਨੂੰ ਸਭ ਤੋਂ ਲੰਮੀ ਫਲਾਈਟ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਫਲਾਈਟ ਦੌਰਾਨ ਸਭ ਕੁਝ ਠੀਕ-ਠਾਕ ਰਿਹਾ, ਪਰ ਹਾਂਗਕਾਂਗ ਹਵਾਈ ਅੱਡਾ ਕਾਲੇ ਤੂਫਾਨ ਵਿੱਚ ਘਿਰਿਆ ਹੋਣ ਕਰਕੇ ਜਹਾਜ਼ ਨੂੰ ਲੈਂਡ ਨਾ ਕਰਵਾਇਆ ਜਾ ਸਕਿਆ। ਇਸ ਤੋਂ ਬਾਅਦ ਹਾਂਗਕਾਂਗ ਵਿੱਚ ਪਹਿਲੀ ਵਾਰ
1884 ਤੋਂ ਬਾਅਦ ਹਾਂਗਕਾਂਗ ਵਿੱਚ ਪਹਿਲੀ ਵਾਰ ਇੰਨਾ ਮੀਂਹ ਪਿਆ ਹੈ ਕਿ ਸਭ ਕੁਝ ਠੱਪ ਹੋ ਕੇ ਰਹਿ ਗਿਆ ਅਤੇ ਅਮਰੀਕਾ ਤੋਂ ਆਈ ਫਲਾਈਟ ਨੂੰ ਤਾਈਵਾਨ ਭੇਜਣਾ ਪਿਆ। ਤਾਈਵਾਨ ਵਿੱਚ ਜਹਾਜ਼ ਤਾਂ ਲੈਂਡ ਹੋ ਗਿਆ, ਪਰ ਮੁਸਾਫਰਾਂ ਦੀਆਂ ਮੁਸ਼ਕਲਾਂ ਵੀ ਇੱਥੋਂ ਹੀ ਸ਼ੁਰੂ ਹੋਈਆਂ, ਜਿਨ੍ਹਾਂ ਨੂੰ 11 ਘੰਟੇ ਤੱਕ ਜਹਾਜ਼ ਵਿੱਚ ਤਾੜ ਕੇ ਰੱਖਿਆ ਗਿਆ। ਦਲੀਲ ਇਹ ਦਿੱਤੀ ਗਈ ਕਿ ਕੌਮਾਂਤਰੀ ਕਾਨੂੰਨ ਅਤੇ ਇਮੀਗ੍ਰੇਸ਼ਨ ਬੰਦਿਸ਼ਾਂ ਦੇ ਚਲਦਿਆਂ ਮੁਸਾਫਰਾਂ ਨੂੰ ਹਵਾਈ ਅੱਡੇ ਤੇ ਨਹੀਂ ਉਤਾਰਿਆ ਜਾ ਸਕਦਾ। ਜਹਾਜ਼ ਵਿੱਚ ਮੁਸਾਫਰਾਂ ਵਾਸਤੇ ਲੋੜੀਂਦਾ ਖਾਣਾ ਮੌਜੂਦ ਨਹੀਂ ਸੀ ਅਤੇ ਤਾਜ਼ੀ ਹਵਾ ਦੀ ਅਣਹੋਂਦ ਵਿੱਚ ਮੁਸਾਫਰਾਂ ਦਾ ਗੁੱਸਾ ਵੱਧਦਾ ਜਾ ਰਿਹਾ ਸੀ। ਜਹਾਜ਼ ਵਿੱਚ ਸਵਾਰ ਮੁਸਾਫਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕੌਮਾਂਤਰੀ ਕਾਨੂੰਨਾਂ ਦੀ ਨਿਖੇਧੀ ਕੀਤੀ ਗਈ, ਕਿਉਂਕਿ ਕਾਨੂੰਨ ਤਹਿਤ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਤਾਂ ਮਿਲ ਗਈ, ਪਰ ਮੁਸਾਫਰਾਂ ਨੇ ਧਰਤੀ ਤੇ ਕਦਮ ਰੱਖਣ ਤੋਂ ਰੋਕ ਦਿੱਤਾ ਗਿਆ। ਕੁਝ ਲੋਕਾਂ ਨੇ ਬੀਮਾ ਬੰਦਿਸ਼ਾਂ ਵੱਲ ਇਸ਼ਾਰਾ ਕੀਤਾ ਅਤੇ ਇਹ ਵੀ ਕਿਹਾ ਕਿ ਕੈਥੇ ਪੈਸੀਫਿਕ 에ਅਰਲਾਈਨਸ ਨੇ ਮੁਸਾਫਰਾਂ ਨੂੰ ਤਾਈਵਾਨੀ ਕਸਟਮ ਰਾਹੀਂ ਉਲੰਘਣ ਵਿੱਚ ਝਿਜਕ ਦਿਖਾਈ ਹੈ। ਮੁਸਾਫਰਾਂ ਦੇ ਨਾਲ-ਨਾਲ ਜਹਾਜ਼ ਦੇ ਕਰੂ ਮੈਂਬਰਸ ਵੀ ਅੱਕ ਕੇ ਥੱਕ ਚੁੱਕੇ ਸਨ ਅਤੇ ਖਾਣੇ ਜਾਂ ਡਰਿੰਕਸ ਦੀ ਮੰਗ ਪੂਰੀ ਕਰਨੀ ਸੰਭਵ ਨਹੀਂ ਸੀ। ਆਖਰਕਾਰ ਜਹਾਜ਼ ਦੇ ਪਾਇਲਟ ਤੇ ਕਰੂ ਮੈਂਬਰਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਤਾਂ ਕਿ ਹਾਂਗਕਾਂਗ ਵੱਲ ਮੁੜ ਸਫ਼ਰ ਸ਼ੁਰੂ ਕੀਤਾ ਜਾ ਸਕੇ। ਅਮਰੀਕਾ ਤੋਂ 4 ਅਗਸਤ ਨੂੰ ਵੱਡੇ ਤੜਕੇ ਤਕਰੀਬਨ 1 ਵਜੇ ਰਵਾਨਾ ਹੋਇਆ ਜਹਾਜ਼ 5 ਅਗਸਤ ਨੂੰ ਸ਼ਾਮ ਤਕਰੀਬਨ 7:15 ਵਜੇ ਹਾਂਗਕਾਂਗ ਹਵਾਈ ਅੱਡੇ ਤੇ ਪੁੱਜਾ ਅਤੇ ਮੁਸਾਫਰਾਂ ਨੂੰ ਜੇਲ੍ਹ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲ ਸਕਿਆ। ਕੈਥੇ ਪੈਸੀਫਿਕ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ, ਪਰ ਐਵੀਏਸ਼ਨ ਸੈਕਟਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਮੌਸਮੀ ਖਰਾਬੀ ਕਿਸੇ ਦੇ ਵੱਸ ਵਿੱਚ ਨਹੀਂ ਹੈ, ਜਿਸ ਨੂੰ ਵੇਖਦਿਆਂ ਕੌਮਾਂਤਰੀ ਕਾਨੂੰਨਾਂ ਵਿੱਚ ਸੋਧ ਕੀਤੀ ਜਾਣੀ ਲਾਜ਼ਮੀ ਹੈ। ਅਮਰੀਕਾ ਤੇ ਭਾਰਤ ਵਿਚਕਾਰ ਵਪਾਰ ਯੁੱਧ ਜ਼ਰੂਰ ਸ਼ੁਰੂ ਹੋ ਗਿਆ, ਪਰ ਇਸ ਦਾ ਸਭ ਤੋਂ ਵੱਡਾ ਪ੍ਰਭਾਵ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਤੇ ਪੈ ਸਕਦਾ ਹੈ। ਇਸ ਤਣਾਅ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ, ਖਾਸ ਕਰਕੇ H1B ਵੀਜ਼ਾ ਧਾਰਕਾਂ ਲਈ ਚਿੰਤਾ ਦਾ ਵਧਣਾ ਸੁਭਾਵਿਕ ਹੈ, ਕਿਉਂਕਿ ਟਰੰਪ ਸਰਕਾਰ ਤੇ ਪਹਿਲਾਂ ਹੀ ਦਬਾਅ ਹੈ ਕਿ ਸਰਕਾਰ ਅਜਿਹੇ ਪੇਸ਼ੇਵਰਾਂ ਪ੍ਰਤੀ ਬਹੁਤ ਨਰਮ ਹੈ। ਪੰਜਾਬੀ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਇਹ ਸੰਕਟ ਦਾ ਸਮਾਂ ਪੰਜਾਬੀ ਮੂਲ ਦੇ ਵੱਡੀ ਗਿਣਤੀ ਵਿੱਚ ਲੋਕ ਜਾਂ ਤਾਂ ਰਾਜਨੀਤਿਕ ਸ਼ਰਨ ਤੇ ਹਨ ਜਾਂ H1B ਵੀਜ਼ਾ ਤੇ ਹਨ। ਪਹਿਲਾਂ ਹੀ ਇਮੀਗ੍ਰੇਸ਼ਨ ਨੀਤੀਆਂ ਨੇ ਕਾਨੂੰਨੀ ਪ੍ਰਵਾਸੀਆਂ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦੇ ਟੈਰਿਫ ਬੰਬ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਸਾਡੀ ਤਰਜੀਹ ਹੈ। ਅਸੀਂ ਕਿਸਾਨ ਭਰਾਵਾਂ ਨਾਲ ਮਜ਼ਬੂਤੀ ਨਾਲ ਖੜੇ ਹਾਂ। ਉਧਰ ਸਰਹੱਦੀ ਜਾਂਚ ਹੁਣ ਸਿਰਫ ਗੈਰ ਕਾਨੂੰਨੀ ਪ੍ਰਵੇਸ਼ ਕਰਨ ਵਾਲਿਆਂ ਨੂੰ ਹੀ ਨਹੀਂ, ਸਗੋਂ ਗ੍ਰੀਨ ਕਾਰਡ ਧਾਰਕਾਂ ਅਤੇ ਵੀਜ਼ਾ ਧਾਰਕਾਂ ਨੂੰ ਵੀ ਉਹਨਾਂ ਦੇ ਬਿਆਨਾਂ ਜਾਂ ਯਾਤਰਾ ਇਤਿਹਾਸ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਨਤਕ ਟਿੱਪਣੀਆਂ ਵਿੱਚ ਕਿਹਾ ਗਿਆ ਹੈ ਕਿ ਗ੍ਰੀਨ ਕਾਰਡ ਧਾਰਕਾਂ ਨੂੰ ਰਹਿਣ ਦਾ ਕੋਈ ਗਾਰੰਟੀਸ਼ੁਦਾ ਅਧਿਕਾਰ ਨਹੀਂ ਹੈ। ਇਸ ਨਾਲ ਕਾਨੂੰਨੀ ਨਿਵਾਸੀਆਂ ਵਿੱਚ ਵਿਆਪਕ ਅਨਿਸ਼ਚਿੰਤਤਾ ਵੱਧ ਗਈ ਹੈ। ਅਮਰੀਕਾ ਵਿੱਚ ਇੱਕ ਪੰਜਾਬੀ ਕਾਰੋਬਾਰੀ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ H1B ਵੀਜ਼ਾ ਦਾ ਸਮਰਥਨ ਕਰਦੇ ਹਨ, ਜਿਸ ਨਾਲ ਵੀਜ਼ਾ ਧਾਰਕਾਂ ਨੂੰ ਰਾਹਤ ਮਿਲੀ ਸੀ। ਪਰ ਇਸ ਬਿਆਨ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਸਮਰਥਕਾਂ ਨੂੰ ਗੁੱਸਾ ਆਇਆ, ਜੋ ਸਖਤ ਇਮੀਗ੍ਰੇਸ਼ਨ ਨੀਤੀ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਹੁਣ ਜਦੋਂ ਕੁੜੱਤਣ ਵੱਧ ਰਹੀ ਹੈ ਤਾਂ ਟਰੰਪ ਤੇ ਦਬਾਅ ਵਧਣਾ ਸੁਭਾਵਕ ਹੈ। ਇੱਥੇ ਪਹਿਲਾਂ ਹੀ ਇੱਕ ਮਾਹੌਲ ਹੈ ਕਿ ਗੈਰ ਅਮਰੀਕੀ ਇਸ ਵੀਜ਼ੇ ਤੇ ਅਮਰੀਕਾ ਆ ਰਹੇ ਹਨ ਅਤੇ ਉਹਨਾਂ ਦੀਆਂ ਨੌਕਰੀਆਂ ਖੋ ਰਹੇ ਹਨ। ਇਸ ਸਮੇਂ ਭਾਰਤੀਆਂ ਕੋਲ ਸਭ ਤੋਂ ਵੱਧ H1B ਵੀਜ਼ਾ ਹਨ। ਇੱਕ ਹੋਰ ਪੰਜਾਬੀ ਜੋ H1B ਵੀਜ਼ਾ ਤੇ ਪੰਜਾਬ ਤੋਂ ਅਮਰੀਕਾ ਵਿੱਚ ਹੈ, ਉਸ ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਭਾਰਤੀਆਂ ਨਾਲ ਵਿਤਕਰਾ ਕਰਦੀਆਂ ਹਨ। ਜੇਕਰ ਭਾਰਤ ਨਾਲ ਸਬੰਧ ਵਿਗੜਦੇ ਹਨ ਤਾਂ ਭਵਿੱਖ ਵਿੱਚ ਕਿਸੇ ਵੀ ਸਮੇਂ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਟਰੰਪ ਦੇ ਸਖਤ ਕਦਮਾਂ ਨੇ H1B ਵੀਜ਼ਾ ਧਾਰਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੰਬੇ ਸਮੇਂ ਤੋਂ ਨੌਕਰੀਆਂ ਅਤੇ ਕਾਨੂੰਨੀ ਸਥਿਤੀ ਵਾਲੇ ਲੋਕ ਵੀ ਹੁਣ ਸਖਤ ਨੀਤੀਆਂ ਲਾਗੂ ਕਰਨ ਅਤੇ ਅਚਾਨਕ ਤਬਦੀਲੀਆਂ ਤੋਂ ਚਿੰਤਿਤ ਹਨ, ਜਿਸ ਨਾਲ ਅਮਰੀਕਾ ਵਿੱਚ ਕੰਮ ਕਰਨ ਅਤੇ ਰਹਿਣ ਦੇ ਉਹਨਾਂ ਦੇ ਅਧਿਕਾਰ ਪ੍ਰਭਾਵਿਤ ਹੋ ਸਕਦੇ ਹਨ। ਟਰੰਪ ਨੇ ਇਹ ਕਹਿ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ ਕਿ ਭਾਰਤ ਅਮਰੀਕਾ ਦਾ ਇੱਕ ਚੰਗਾ ਹਿੱਸੇਦਾਰ ਨਹੀਂ ਹੈ। ਅਮਰੀਕਾ ਨੇ ਕੈਨੇਡਾ ਤੇ ਪਹਿਲਾਂ ਤੋਂ ਲਗਾਏ ਗਏ 25% ਟੈਰਿਫ ਨੂੰ ਵਧਾ ਕੇ 35% ਕਰ ਦਿੱਤਾ ਹੈ। ਇਸ ਐਲਾਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, ਅਸੀਂ ਉਦੋਂ ਬੋਲਾਂਗੇ ਜਦੋਂ ਗੱਲ ਕਰਨ ਦਾ ਕੋਈ ਮਤਲਬ ਹੋਵੇਗਾ। ਕਾਰਨੀ ਦੇ ਮੁਤਾਬਕ ਕੈਨੇਡਾ ਅੱਜ ਅਮਰੀਕਾ ਵਿੱਚ ਦੂਜਾ ਸਭ ਤੋਂ ਵੱਡਾ ਨਿਵੇਸ਼ਕ ਹੈ। ਸਾਡੇ ਕੋਲ 40 ਮਿਲੀਅਨ ਨਾਗਰਿਕ ਹਨ, ਪਰ ਬਿਨਾਂ ਕਿਸੇ ਸਮਝੌਤੇ ਦੇ ਵਪਾਰ ਵਿੱਚ ਜ਼ਰੂਰ ਗਿਰਾਵਟ ਆਵੇਗੀ। ਉਧਰ ਵਾਈਟ ਹਾਊਸ ਅਨੁਸਾਰ ਉਕਤ ਟੈਰਿਫ ਦਾ ਫੈਸਲਾ ਕੈਨੇਡਾ ਦੀ ਲਗਾਤਾਰ ਅਕਿਰਿਆਸ਼ੀਲਤਾ ਅਤੇ ਜਵਾਬੀ ਕਾਰਵਾਈ ਤਹਿਤ ਲਿਆ ਗਿਆ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 1 ਅਗਸਤ ਦੀ ਆਖਰੀ ਮਿਤੀ ਤੋਂ ਪਹਿਲਾਂ ਗੱਲਬਾਤ ਲਈ ਬੁਲਾਇਆ ਸੀ, ਪਰ ਕੋਈ ਗੱਲਬਾਤ ਨਹੀਂ ਹੋ ਸਕੀ। ਪ੍ਰੈਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ ਕਿ ਅਸੀਂ ਅੱਜ ਕੈਨੇਡਾ ਦੇ ਨਾਲ ਗੱਲ ਨਹੀਂ ਕੀਤੀ। ਕਾਰਨੀ ਪਹਿਲਾਂ ਹੀ ਗੱਲਬਾਤ ਲਈ ਬੁਲਾ ਚੁੱਕੇ ਹਨ। ਦੇਖਦੇ ਹਾਂ ਕੀ ਹੁੰਦਾ ਹੈ।
ट्रंप ने चेतावनी दी है कि कोई भी देश जो शुक्रवार तो पहला अमेरिका नाल कोई सौदा नहीं करता है, उसके समान ते उच्च टैरिफ लगाए जाएंगे। कनाडा के वित्त मंत्री फ्रांसोइस फिलिप शैंपेन ने कहा है कि हुण देश अजिहे वपारक भाईवाला की पाल कर रहे हैं जिन्हां ते भरोसा किया जा सके। उन्होंने एक गल विदेश मंत्री अनीता आनंद और मैक्सीकन राष्ट्रपति क्लाउडिया शिनबोम के नाल मुलाकात दौरान कही है। कार्नी ने कहा है कि पिछले हफ्ते ट्रंप ने अमेरिका मैक्सिको कनाडा समझौते प्रति अपनी वचनबद्धता दोहराई से। इस समझौते तहत कनाडा नूं अपने 85% निर्यात ते अमेरिका तक ड्यूटी मुक्त पहुंच मिलती है। कनाडा अमेरिका और मैक्सिको विचकार व्यापार समझौता इन्हां टैरिफ दरां विरुद्ध है। वर्तमान में कनेडियन स्टील, एल्यूमीनियम और तांबे ते 50% तक ड्यूटी लगाई गई है, जो समझौते के नियमां की उलंघना करती है। एप्पल के सीईओ टिम कुक ने 6 अगस्त को व्हाइट हाउस विखे अमरीकी राष्ट्रपति डोनाल्ड ट्रंप को 24 कैरेट सोने के बेस से बनाया एक विशेष तोहफा दिता। कुक ने यह भी तोहफा एप्पल के अमरीकी निर्माण प्रोग्राम के विस्तार के जश्न के मौके पर दिता है। इस दौरान कुक ने 9 लाख करोड़ रुपए के वाधू निवेश का भी वादा किया। ट्रंप को तोहफे वजों कस्टम की गई शीशे की डिस्क दी गई है। यह 24 कैरेट सोने के आधार पर लगी हुई है। इस वरतिया जाने वाला शीशा एप्पल के सप्लायर कार्निंग द्वारा बनाया गया है। विचकार एक एप्पल लोगो है। इस उपर ट्रंप का नाम भी लिखा हुआ है, जबकि कुक के दस्तखत हेठा दिखाई दे रहे हैं। नाल ही मेड इन यूएसए अते साल 2025 लिखा हुआ है। कुक के अनुसार यह डिजाइन एक साबका अमरीकी मरीन कोर कारपोरल द्वारा तैयार किया गया सी, जो वर्तमान च एप्पल च काम करते हैं। सोने का आधार यूटा तो लिया गया है। एप्पल ने अमेरिका च निर्माण उत्साहित करने लिए $100 बिलियन यानी कि लगभग 9 लाख करोड़ रुपए के वाधू निवेश का ऐलान किया है। एक कदम राष्ट्रपति डोनाल्ड ट्रंप के दबाव का जवाब है, जो चाहते हैं कि अमेरिका विच वध तो वध उत्पादन किया जाए। इस तो पहला एप्पल ने 4 सालों में $500 बिलियन यानी लगभग 44 लाख करोड़ रुपए के निवेश का ऐलान किया सी। यह निवेश योजना कंपनी की घरेलू सप्लाई चेन और उन्नत निर्माण समर्थावां मजबूत करने ते केंद्रित होगी। यानी कि एप्पल हुण 50 लाख करोड़ तो वध का निवेश करेगा। अमेरिका नाल तनाव के विचकार रूसी राष्ट्रपति व्लादिमीर पुतिन भारत आ रहे हैं। उन्होंने मास्को विच राष्ट्रीय सुरक्षा सलाहकार अजीत डोवाल के हवाले नाल कहा कि राष्ट्रपति पुतिन इस साल के अंत में भारत का दौरा करेंगे। रूसी राष्ट्रपति की भारत फेरी की खबर अजिहे समय आई है जदों अमरीकी राष्ट्रपति डोनाल्ड ट्रंप ने रूसी तेल की खरीद तो नाराज होकर भारत के टैरिफ 50% तक बढ़ा दिता है। रूसी समाचार एजेंसी इंटरफैक्स ने अजीत डोवाल के हवाले नाल पहला दस्या सी कि राष्ट्रपति पुतिन अगस्त के अंत में भारत का दौरा करेंगे। हालांकि बाद में खबरों में सोध करते हुए एजेंसी ने कहा कि राष्ट्रपति पुतिन 2025 के अंत में भारत का दौरा करेंगे। राष्ट्रपति पुतिन की यह यात्रा फरवरी 2022 यूक्रेन रूस जंग की शुरुआत तो बाद भारत की पहली यात्रा होगी। उम्मीद की जा रही है कि इस दौरान यानी कि इस दौरे के दौरान दोवें देश 2030 लिए नवे आर्थिक रोड मैप नूं अगे वधाउण ते काम करनगे। 6 दिसंबर 2021 ਨੂੰ व्लादिमीर पुतिन ने भारत की एक छोटी 4 घंटिया की यात्रा की सी। इस दौरान भारत और रूस ने 28 दो-पक्षी समझौतियां ते हस्ताक्षर किए, जिस च सैनिक और तकनीकी क्षेत्रों के महत्वपूर्ण सहयोग शामिल सन। दोवां देशों ने 2025 तक सालाना व्यापार $30 अरब यानी करीब 2.53 लाख करोड़ रुपए तक पहुंचाने का टारगेट रखा सी। प्रधानमंत्री नरेंद्र मोदी ने 2024 2 बार रूस का दौरा किया। पहली बार वो जुलाई 2 दिनों लिए रूस गए सन, जिथे उन्होंने राष्ट्रपति पुतिन नूं भारत आउण दा सद्दा दिता। दूजी बार 22 अक्तूबर नूं मोदी ब्रिक्स सम्मेलन लिए रूस गए सन। द सिम्पसन्स ने असल संसार च वापरन वालियां घटनावां दी कई साल पहला भविष्यवाणी करने की अपनी अद्भुत योग्यता लिए एक विश्वव्यापी प्रसिद्धि बनाई है। तकनीकी तरक्की तो लैके राजनीतिक मील पत्थर तक लंबे समय तो चल रहे एनिमेटेड सिटकॉम ने अपनी दूरदर्शिता नाल प्रशंसਕਾਂ ਨੂੰ हैरान कर दिता। हुण यह शो दोबारा सुर्खियां दे विच आ गया है, वो भी एक वीडियो के कारण जो इंस्टाग्राम ते वायरल हो रहा है, जिस विच कथित तौर पर अगस्त 2025 विच अमरीकी राष्ट्रपति की मौत की भविष्यवाणी की गई है। क्लिप च एक पत्र है जो डोनाल्ड ट्रंप काफी मिलता जुलता है।
ਇਹ ਵੀਡੀਓ ਪੋਸਟ ਹੋਣ ਤੋਂ ਬਾਅਦ ਲਗਾਤਾਰ ਵਾਇਰਲ ਹੋ ਰਿਹਾ ਹੈ। ਦ ਸਿੰਪਸਨਸ ਦੀ ਡੋਨਾਲਡ ਟਰੰਪ ਦੀ ਮੌਤ ਦੀ ਭਵਿੱਖਬਾਣੀ ਦੀ ਹੈਰਾਨ ਕਰਦੀ ਵਾਇਰਲ ਵੀਡੀਓ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਛਾਤੀ ਦੀ ਗੰਭੀਰ ਬਿਮਾਰੀ ਤੋਂ ਬਾਅਦ ਅਗਸਤ 2025 ਚ ਮੌਤ ਹੋਣ ਦੀ ਉਮੀਦ ਹੈ। ਵੀਡੀਓ ਮੁਤਾਬਕ ਇਹ ਭਵਿੱਖਬਾਣੀ 15 ਸਾਲ ਪਹਿਲਾਂ ਪ੍ਰਸਾਰਿਤ ਹੋਏ ਦ ਸਿੰਪਸਨਸ ਦੇ ਇੱਕ ਐਪੀਸੋਡ ਦਾ ਹਿੱਸਾ ਸੀ। ਐਪੀਸੋਡ 'ਚ ਇੱਕ ਕਾਰਟੂਨਿਸ਼ ਗੋਰੀ ਚਮੜੀ ਵਾਲਾ ਰਾਸ਼ਟਰਪਤੀ ਜਿਸ ਦੇ ਸੁਨਹਿਰੀ ਵਾਲ ਅਤੇ ਇੱਕ ਭੜਕੀਲੇ ਸੁਭਾਅ ਵਾਲਾ ਹੈ ਜਿਸ ਨੂੰ ਡੋਨਾਲਡ ਟਰੰਪ ਸਮਝਿਆ ਜਾਂਦਾ ਹੈ, ਉਸ ਨੂੰ ਵਾਈਟ ਹਾਊਸ ਵਿੱਚ ਇਕੱਲੇ ਤੁਰਦੇ ਦਿਖਾਇਆ ਗਿਆ ਹੈ। ਇਹ ਦ੍ਰਿਸ਼ ਉਦੋਂ ਵਾਇਰਲ ਹੋ ਜਾਂਦਾ ਹੈ ਜਦੋਂ ਉਹ ਅਚਾਨਕ ਆਪਣੀ ਛਾਤੀ ਨੂੰ ਫੜ ਲੈਂਦਾ ਹੈ ਅਤੇ ਇੱਕ ਲਾਈਵ ਰਾਸ਼ਟਰੀ ਪ੍ਰਸਾਰਣ ਦੌਰਾਨ ਡਿੱਗ ਪੈਂਦਾ ਹੈ, ਜਿਸ ਨਾਲ ਸਟਾਫ ਅਤੇ ਮੈਡੀਕਲ ਟੀਮਾਂ ਵਿੱਚ ਘਬਰਾਹਟ ਫੈਲ ਜਾਂਦੀ ਹੈ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ USA TV ਦੇ ਨਾਲ। ਮੈਨੂੰ ਦਿਓ ਜੀ ਇਜਾਜ਼ਤ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।